ਕਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਰਹਿਮਤ ਬਖਸ਼ਿਸ਼ ਹੋਈ ਹੈ। ਹੁਕਮਨਾਮਾ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੋ ਪਿਛਲਾ ਮਹੀਨਾ ਜਿਹੜਾ ਕੱਲ੍ਹ ਰਾਤ ਨੂੰ ਬਤੀਤ ਹੋਇਆ ਹੈ, ਮਾਘ ਦਾ ਮਹੀਨਾ, ਬੇਅੰਤ ਸੰਗਤਾਂ ਨੇ ਗੁਰਬਾਣੀ ਦੇ ਅਥਾਹ ਸਮੁੰਦਰ ਦੇ ਵਿੱਚ ਚੁੱਭੀਆਂ ਲਾਈਆਂ, ਇਸ਼ਨਾਨ ਕੀਤੇ ਆ। ਉਹਨਾਂ ਦੇ ਬਾਬਤ ਸਤਿਗੁਰੂ ਜੀ ਦੀ ਇਹ ਪਾਵਨ ਪੰਕਤੀ ਹੈ, ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਿ ਜਿਨ੍ਹਾਂ ਨੂੰ ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਰਸਤੇ 'ਤੇ ਚੱਲਣ ਦਾ ਚਾਅ ਹੈ, ਸ਼ੌਂਕ ਹੈ, ਗੁਰੂ ਸਾਹਿਬ ਨੇ ਪਿਛਲੇ ਮਹੀਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ ਹੈ। ਉਹਨਾਂ ਦੀ ਇਸ ਲੋਚ ਨੂੰ, ਇਸ ਮਨ ਦੀ ਇੱਛਾ ਨੂੰ ਪੂਰਾ ਕੀਤਾ ਹੈ। ਉਹਨਾਂ ਨੇ ਇਸ ਸਮੁੰਦਰ ਦੇ ਵਿੱਚ ਬੜੀਆਂ ਗਹਿਰੀਆਂ ਟੁੰਬੀਆਂ ਲਾਈਆਂ। ਸੋ ਬੇਅੰਤ ਮਹਾਰਾਜ ਦੇ ਪਾਵਨ ਸ਼ਬਦਾਂ ਦੇ ਅਰਥਾਂ ਦਾ, ਗੁਰਬਾਣੀ ਦੇ ਕੀਰਤਨ ਦਾ, ਕਥਾ ਵਿਚਾਰਾਂ ਦੇ ਸਮੁੰਦਰ ਦੇ ਵਿੱਚ ਇਸ਼ਨਾਨ ਕੀਤਾ। ਉਹਨਾਂ ਦੀ ਇਹ ਮਨੋਕਾਮਨਾ ਮਹਾਰਾਜ ਨੇ ਪੂਰਨ ਕੀਤੀ ਹੈ ਗੁਰਸਿੱਖਾਂ ਦੀ। ਸੋ ਸਾਧ ਸੰਗਤ, ਹਰ ਮਹੀਨੇ 12 ਮਾਹਾਂ ਦੇ ਪਾਠ ਕੀਤੇ ਜਾਂਦੇ ਹਨ। ਜਿਸ 12 ਮਾਹ ਸਾਹਿਬ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਜਿੱਥੇ ਅੱਜ ਕੱਲ੍ਹ ਲਾਈਵ ਟੈਲੀਕਾਸਟ ਹੁੰਦਾ ਹੈ, ਸ੍ਰੀ ਹਰਿਮੰਦਰ ਸਾਹਿਬ ਮੰਜੀ ਸਾਹਿਬ ਤੋਂ ਕਥਾ ਹੁੰਦੀ ਹੈ। ਜਿਸ ਸਟੇਜ ਤੋਂ ਕਥਾ ਕੀਤੀ ਜਾਂਦੀ ਹੈ ਮੰਜੀ ਸਾਹਿਬ ਤੋਂ, ਉਸ ਜਗ੍ਹਾ 'ਤੇ ਬੈਠ ਕਰ ਮਹਾਰਾਜ ਨੇ 12 ਮਾਹ ਸਾਹਿਬ ਜੀਆਂ ਦਾ ਪਾਠ ਸਿੱਖਾਂ ਵਾਸਤੇ ਉਪਦੇਸ਼ ਮਹੀਨਾ ਭਰ ਬਖਸ਼ਿਸ਼ ਕੀਤਾ। ਕਿਉਂਕਿ ਕਈ ਸਿੱਖ ਉਹ ਵੀ ਹੁੰਦੇ ਆ ਜਿਹੜੇ ਨਿਤਾ ਪ੍ਰਤੀ ਸੰਗਤ 'ਚ ਆਉਂਦੇ ਆ, ਨੇੜੇ ਰਹਿੰਦੇ ਆ। ਕਈ ਸਾਧ ਸੰਗਤ ਦੂਰ ਦਰੇਡਿਓਂ ਵੀ ਆਉਂਦੇ ਹੁੰਦੇ ਸੀ ਮਹਾਰਾਜ ਜੀਆਂ ਦੇ ਕੋਲ, ਜਿਵੇਂ ਇੱਥੇ ਵੀ ਆਉਂਦੇ ਆ। ਉਹ ਹਫ਼ਤੇ ਬਾਅਦ ਆਉਂਦੇ ਆ, ਕਈ ਸਾਲਾਂ ਬਾਅਦ ਵੀ ਆਉਂਦੇ ਆ, ਕਈ ਮਹੀਨਿਆਂ ਬਾਅਦ ਵੀ ਦਰਸ਼ਨ ਕਰਨ ਆਉਂਦੇ ਆ। ਤੇ ਮਹਾਰਾਜ ਉਹਨਾਂ ਆਉਣ ਵਾਲੇ ਸਿੱਖਾਂ ਨੂੰ ਸੰਗਰਾਂਦ ਦੇ ਪਾਵਨ ਦਿਹਾੜੇ ਦੇ ਉੱਤੇ ਉਪਦੇਸ਼ ਕਰਦੇ ਹੁੰਦੇ ਸੀ। ਮਹੀਨੇ ਮੱਸਿਆ ਪੂਰਨਮਾਸ਼ੀ 'ਤੇ ਉਪਦੇਸ਼ ਕਰਦੇ ਸੀ। ਗੁਰੂ ਗ੍ਰੰਥ ਸਾਹਿਬ 'ਚ 12 ਮਾਝੀਆਂ ਦਾ ਪਾਠ, ਇੱਕ ਮਾਝ ਰਾਗ 'ਚ ਅਤੇ ਇੱਕ ਤੁਖਾਰੀ ਰਾਗ 'ਚ 2 ਵਾਰ ਮਹਾਰਾਜ ਨੇ ਅੰਕਿਤ ਕੀਤਾ। ਅਤੇ 12 ਮਾਹ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਵੀ ਉਚਾਰਨ ਕੀਤੇ ਹੋਏ। ਸੋ ਜਿਹੜਾ ਅੱਜ ਦੇ ਮਹੀਨੇ ਦਾ ਪਾਵਨ ਉਪਦੇਸ਼ ਹੈ, ਮਹਾਰਾਜ ਕੀ ਕਹਿਣਾ ਚਾਹੁੰਦੇ ਆ ਆਪਣੇ ਸਿੱਖਾਂ ਨੂੰ, ਜਿਨ੍ਹਾਂ ਨੇ ਪਿਛਲੇ ਮਹੀਨੇ ਮਾਘ ਦੇ ਵਿੱਚ ਇਸ਼ਨਾਨ ਕੀਤਾ। ਉਹਨਾਂ ਨੂੰ ਉਪਦੇਸ਼ ਦੇ ਕੇ ਸੱਚੇ ਪਾਤਸ਼ਾਹ ਅਗਾਂਹ ਵਧਣ ਦੇ ਲਈ ਹੋਰ ਹੁਲਾਰਾ ਦਿੰਦੇ ਆ, ਹੋਰ ਮਹਾਰਾਜ ਉਹਨਾਂ ਨੂੰ ਥਾਪੜੇ ਬਖਸ਼ਿਸ਼ ਕਰਦੇ ਆ। ਗੁਰਬਾਣੀ ਦੀ ਪਾਵਨ ਪੰਕਤੀਆਂ ਦੀ ਕਥਾ ਵਿਚਾਰ ਆਪਾਂ ਥੋੜ੍ਹੇ ਸਮੇਂ ਦੇ ਵਿੱਚ ਸਰਵਣ ਕਰਨੀ ਹੈ। ਸੋ ਸਰਵਣ ਕਰੀਏ ਆਪਾਂ ਸਾਰੇ। ਸ੍ਰੀ ਵਾਹਿਗੁਰੂ ਜੀ। ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਸਾਧ ਸੰਗਤ ਜੀ, ਫਗਣ ਦੇ ਮਹੀਨੇ ਦੇ ਵਿੱਚ ਰੁੱਤ ਫਿਰ ਜਾਂਦੀ ਹੈ, ਥੋੜ੍ਹੀ ਗਰਮੀ ਹੋਣ ਲੱਗ ਜਾਂਦੀ ਹੈ। ਕਰੜੀ ਸਰਦੀ ਤੋਂ ਬਾਅਦ ਸੂਰਜ ਆਪਣੇ ਜੋਬਨ 'ਤੇ ਆ ਜਾਂਦਾ ਹੈ। ਇੱਕ ਭਾਰਤ ਵਰਸ਼ ਇੱਦਾਂ ਦਾ ਹੈ ਜਿੱਥੇ ਮੌਸਮ ਬਦਲਦੇ ਦਾ ਮਿੰਟਾਂ ਦੇ ਵਿੱਚ ਨਹੀਂ ਪਤਾ ਲੱਗਦਾ। ਕਿਉਂਕਿ ਹੁਣ ਆਪਾਂ ਸਾਰੇ ਆਪਣੇ ਤਨ ਦੇ ਉੱਤੇ ਗਰਮ ਕੱਪੜੇ ਪਾ ਕੇ ਬੈਠੇ ਹਾਂ। ਹੁਣ ਤੋਂ 2 ਘੰਟਿਆਂ ਬਾਅਦ ਇਹ ਸਾਰੇ ਗਰਮ ਕੱਪੜੇ ਸਾਨੂੰ ਲਾਉਣ ਦੀ ਜ਼ਰੂਰਤ ਪੈਂਦੀ ਹੈ, ਗਰਮੀ ਲੱਗਣ ਲੱਗ ਜਾਂਦੀ ਹੈ। ਸੋ ਇੱਕ ਭਾਰਤ ਵਰਸ਼ ਇੱਦਾਂ ਦਾ ਹੈ ਜਿੱਥੇ ਸਾਧ ਸੰਗਤ ਮੌਸਮ ਬਦਲਦਾ ਹੈ ਅਤੇ ਮੌਸਮ ਦਾ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ 'ਚ ਥੋੜ੍ਹੀ ਜਿਹੀ ਸਰਦੀ ਘਟ ਜਾਂਦੀ ਹੈ, ਗਰਮੀ ਮਹਿਸੂਸ ਹੋਣ ਲੱਗ ਜਾਂਦੀ ਹੈ। ਸਿਆਲੀ ਰੁੱਤ ਇਹ ਪਿੱਛੇ ਚਲੀ ਜਾਂਦੀ ਹੈ, ਬਹਾਰ ਫਿਰ ਜਾਂਦੀ ਹੈ ਮਹਾਰਾਜ ਕਹਿੰਦੇ। ਅਤੇ ਫੱਗਣ ਦੇ ਮਹੀਨੇ ਦੇ ਵਿੱਚ ਲੋਕ ਹੋਲੀ ਮਨਾਉਂਦੇ ਆ, ਇੱਕ ਦੂਜੇ ਦੇ ਉੱਤੇ ਰੰਗ ਸੁੱਟਦੇ ਆ। ਪਰ ਸੱਚੇ ਪਾਤਸ਼ਾਹ ਆਪਣੇ ਕੋਲ ਆਉਣ ਵਾਲੇ ਸਿੱਖਾਂ ਨੂੰ ਕੀ ਉਪਦੇਸ਼ ਕਰਦੇ ਆ? ਕਹਿੰਦੇ, ਸਿੱਖੋ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹ ਗਿਆ,
ਕਿਉਂਕਿ ਇਹ ਦੁਨਿਆਵੀ ਰੰਗ ਫਿੱਕੇ ਨੇ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਰੰਗ ਚੜ੍ਹਿਆ ਹੋਇਆ ਹੈ, ਉਹ ਫਲਗੁਣ ਦੇ ਮਹੀਨੇ ਦੇ ਵਿੱਚ ਆਤਮਕ ਆਨੰਦ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਵਿੱਚ ਆਨੰਦ ਪੈਦਾ ਹੁੰਦਾ ਹੈ। ਕਿਉਂਕਿ ਜਿਹੜਾ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਹੈ, ਉਹ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਤੱਖ ਆ ਕੇ ਵਸ ਜਾਂਦਾ ਹੈ। ਜਿਨ੍ਹਾਂ ਨੇ ਸਾਰਾ ਮਹੀਨਾ ਮਾਘ ਦਾ ਇਸ਼ਨਾਨ ਕੀਤਾ ਹੈ, ਸ਼ਬਦ ਗੁਰਬਾਣੀ ਕਥਾ ਵਿਚਾਰਾਂ ਮਹਾਂਪੁਰਸ਼ਾਂ ਕੋਲੋਂ ਸਰਵਣ ਕੀਤੀਆਂ ਸਾਧ ਸੰਗਤ, ਜੇ ਹੁਣ ਵੀ ਇੱਕ ਮਹੀਨਾ ਲਾ ਕੇ ਆਪਣੇ ਮਨ ਦੇ ਵਿੱਚ ਵਾਹਿਗੁਰੂ ਪਰਮਾਤਮਾ ਨਹੀਂ ਵਸਦਾ, ਤੇ ਮਹਾਰਾਜ ਕਹਿੰਦੇ ਫਿਰ ਇਸ਼ਨਾਨ ਨਹੀਂ ਹੋਇਆ ਸਾਡਾ, ਅਸੀਂ ਲਾਹਾ ਨਹੀਂ ਲਿਆ। ਇਹ ਫਲਗੁਣ ਦੇ ਮਹੀਨੇ ਦੇ ਵਿੱਚ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਪ੍ਰਤੱਖ ਆ ਕੇ ਵਸ ਜਾਂਦਾ ਹੈ ਜੀ। ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਤੇ ਉਸ ਵਾਹਿਗੁਰੂ ਪਰਮਾਤਮਾ ਦੇ ਮਿਲਾਪ ਕਰਵਾਉਣ ਵਾਲੇ ਗੁਰਸਿੱਖ ਮਹਾਂਪੁਰਸ਼ ਸੰਤ ਸਾਧੂ ਜਨ, ਜਿਨ੍ਹਾਂ ਨੇ ਇੱਕ ਮਹੀਨਾ ਸਾਡੇ ਉੱਤੇ ਤਰਸ ਕੀਤਾ, ਜਿਨ੍ਹਾਂ ਦੀ ਬਦੌਲਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਇਕੱਤਰ ਹੋ ਕੇ ਬੈਠਦੇ ਰਹੇ ਹਾਂ, ਗੁਰਬਾਣੀ ਨੂੰ ਸਰਵਣ ਕਰਦੇ ਰਹੇ ਹਾਂ, ਉਹ ਸਹਾਇਤਾ ਕਰਦੇ ਆ। ਮਹਾਰਾਜ ਕਹਿੰਦੇ ਸੰਤ ਸਹਾਈ RAM ਕੇ, ਉਸ RAM ਨੂੰ ਮਿਲਾਉਣ ਦੇ ਵਿੱਚ ਉਹ ਅਕਾਲ ਪੁਰਖ ਦੇ ਸੰਤ, ਜਿਨ੍ਹਾਂ ਦੀ ਇਹ ਧੁਰੋਂ ਦਰਗਾਹੋਂ ਡਿਊਟੀ ਲੱਗੀ ਹੁੰਦੀ ਹੈ, ਜਿਹਨੂੰ ਗੁਰਬਾਣੀ ਕਹਿੰਦੀ ਹੈ ਜੋੜਨ ਹਾਰੋ ਸੰਤ ਨਾਨਕ ਪਾਰਦ ਪਧਰੋ। ਸੰਤਾਂ ਤੋਂ ਬਿਨਾ ਕੋਈ ਹੋਰ ਸਹਾਈ ਨਹੀਂ ਹੁੰਦਾ ਇਸ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨ ਦੇ ਵਿੱਚ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਗਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੇ ਆਸਣ ਲਾ ਲਿਆ, ਮਹਾਰਾਜ ਕਹਿੰਦੇ ਸੇਜ ਵਿਛ ਗਈ ਹੈ, ਉਹਦੇ ਬੈਠਣ ਲਈ ਜਗ੍ਹਾ ਬਣ ਗਈ ਹੈ, ਉਹ ਆ ਕੇ ਬੈਠ ਗਿਆ। ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਧ ਸੰਗਤ ਉਹਨਾਂ ਹਿਰਦਿਆਂ ਦੇ ਵਿੱਚ ਕੋਈ ਚਿੰਤਾ ਨਹੀਂ ਰਹਿ ਜਾਂਦੀ, ਕਿਉਂਕਿ ਜਿਹੜੇ ਆਸਣ ਦੇ ਉੱਤੇ, ਜਿਹੜੀ ਜਗ੍ਹਾ ਦੇ ਉੱਤੇ ਵਾਹਿਗੁਰੂ ਪਰਮਾਤਮਾ ਬੈਠ ਗਿਆ, ਉੱਥੇ ਕੋਈ ਹੋਰ ਬਰਾਬਰ ਬੈਠ ਨਹੀਂ ਸਕਦਾ। ਦੁਨਿਆਵੀ ਚਿੰਤਾਵਾਂ, ਮਾਇਕ ਪਦਾਰਥਾਂ ਦੀ ਚਿੰਤਾ, ਹੋਰ ਦੁਨੀਆ ਦੇ ਅਨੇਕ ਪਦਾਰਥਾਂ ਦੀ ਚਿੰਤਾ, ਹੋਰ ਤਰ੍ਹਾਂ ਤਰ੍ਹਾਂ ਦੇ ਦੁੱਖ ਉਹਨਾਂ ਦੇ ਹਿਰਦੇ ਦੇ ਵਿੱਚ ਨਹੀਂ ਰਹਿੰਦੇ ਜੀ। ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ। ਮਹਾਰਾਜ ਨੇ ਉਹਨਾਂ ਗੁਰਸਿੱਖਾਂ ਦੀ ਇੱਛਾਵਾਂ ਪੂਰੀਆਂ ਕਰ ਦਿੱਤੀਆਂ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸੱਚੇ ਪਾਤਸ਼ਾਹ ਆਪ ਆ ਕੇ ਬੈਠ ਗਏ ਹੈ। ਜਿਨ੍ਹਾਂ ਜੀਵ ਇਸਤਰੀਆਂ ਨੂੰ ਉਸ ਵਾਹਿਗੁਰੂ ਵਰ ਪਰਮਾਤਮਾ ਪਤੀ ਮਿਲ ਗਿਆ ਹੈ, ਉਹਨਾਂ ਦੀਆਂ ਸਭੇ ਇੱਛਾ ਸਾਧ ਸੰਗਤ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੂਰੀਆਂ ਕਰ ਦਿੱਤੀਆਂ ਹਨ। ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ। ਇਹ ਗੁਰਸਿੱਖਾਂ ਦਾ ਚਾਉ ਮਹਾਰਾਜ ਕਹਿੰਦੇ ਇੰਨਾ ਵੱਧ ਗਿਆ ਹੈ, ਇੰਨਾ ਚਾਅ ਪੈਦਾ ਹੋ ਗਿਆ ਹੈ ਕਿ ਜਿਵੇਂ ਇੱਕ ਸ਼ਰਾਬੀ ਇਕੱਲਾ ਸ਼ਰਾਬ ਨਹੀਂ ਪੀ ਸਕਦਾ, ਚਾਰ ਬੰਦਿਆਂ ਨੂੰ ਨਾਲ ਇਕੱਠਾ ਕਰਦਾ ਹੈ। ਜੁਆਰੀ ਇਕੱਲਾ ਜੂਆ ਨਹੀਂ ਖੇਡ ਸਕਦਾ, ਨਾਲ ਚਾਰ ਬੰਦਿਆਂ ਨੂੰ ਹੋਰ ਇਕੱਠਾ ਕਰਦਾ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲੀਆਂ ਹੋਈਆਂ ਉਹ ਇਸਤਰੀਆਂ, ਭਾਵ ਆਪਾਂ ਸਾਰੇ ਸਤਸੰਗੀ ਜਨ ਵੱਡੇ ਵੱਡੇ ਇਕੱਠਾਂ ਦੇ ਵਿੱਚ, ਸਤਸੰਗਤ ਦੇ ਵਿੱਚ ਜਾ ਕੇ ਸਭ ਨੂੰ ਇਕੱਠੇ ਕਰਕੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣ ਦਾ ਚਾਅ ਆਪਣੇ ਮਨ ਦੇ ਵਿੱਚ ਪੈਦਾ ਕਰਦੇ ਰਹੇ ਹੈ। ਭਾਵ ਉਹਨਾਂ ਨੂੰ ਸਤਸੰਗਤ ਇੰਨੀ ਪਿਆਰੀ ਲੱਗਣ ਲੱਗ ਗਈ, ਜਿੱਥੇ ਸਾਧ ਸੰਗਤ, ਸੰਗਤ ਦਾ ਇਕੱਠ ਹੁੰਦਾ ਹੈ, ਉਹ ਸੰਗਤ ਦੇ ਵਿੱਚ ਜਾਏ ਬਿਨਾ ਰਹਿ ਨਹੀਂ ਸਕਦੇ ਜੀ। ਹਰ ਜੇਹਾ ਆਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਮਹਾਰਾਜ ਕਹਿੰਦੇ ਕਿ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਕੋਈ ਹੋਰ ਹੁਣ ਪਿਆਰਾ ਨਹੀਂ ਲੱਗਦਾ। ਉਹ ਕਿਸੇ ਨੂੰ ਲਵੇ ਨਹੀਂ ਲੱਗਣ ਦਿੰਦੇ, ਆਪਣੇ ਹੋਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ। ਦੁਨੀਆ ਦੇ ਅਨੇਕ ਜੀਵ ਪਾਪ ਕਰਮ ਕਰਨ ਵਾਲੇ ਭਾਵ ਉਹਨਾਂ ਤੋਂ ਦੂਰ ਹੋ ਜਾਂਦੇ ਆ, ਦੁਨੀਆ ਦੇ ਮਾੜੇ ਕੰਮਾਂ ਤੋਂ ਉਹ ਮੂੰਹ ਫੇਰ ਲੈਂਦੇ ਆ। ਇੱਦਾਂ ਦੀਆਂ ਚਿੰਤਾਵਾਂ ਨੂੰ, ਇੱਦਾਂ ਦੇ ਦੁੱਖਾਂ ਨੂੰ, ਇੱਦਾਂ ਦੀ ਅਵਸਥਾ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦੇ, ਕਿਉਂਕਿ ਉਹਨਾਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਆਤਮਕ ਅਵਸਥਾ ਉਹ ਜਿਹੜੀ ਅਡੋਲ ਹੋ ਜਾਂਦੀ ਹੈ।
ਤੇ ਵਾਹਿਗੁਰੂ ਤੋਂ ਬਿਨਾ ਉਹਨਾਂ ਨੂੰ ਕੋਈ ਹੋਰ ਚੀਜ਼ ਚੰਗੀ ਨਹੀਂ ਲੱਗਦੀ ਜੀ। ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਨ ਜਾਏ। ਜਿਨ੍ਹਾਂ ਦਾ ਪਿਆਰ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਇੰਨਾ ਵਧੇਕ ਹੋ ਗਿਆ, ਸਾਧ ਸੰਗਤ ਮਹਾਰਾਜ ਕਹਿੰਦੇ ਉਹਨਾਂ ਦੇ ਹਲਤ ਭਾਵ ਇਸ ਦੁਨੀਆ ਦੇ ਸੁੱਖ ਵੀ ਉਹਨਾਂ ਨੂੰ ਵਾਹਿਗੁਰੂ ਪ੍ਰਮਾਤਮਾ ਨੇ ਦਿੱਤੇ ਹੈ। ਪਲਤ ਦੇ ਸੁੱਖ, ਉਸ ਰੂਹਾਨੀਅਤ ਦੇ ਸੁੱਖ, ਸਵਰਗਾਂ ਦੇ ਸੁੱਖ ਵੀ ਵਾਹਿਗੁਰੂ ਨੇ ਉਹਨਾਂ ਨੂੰ ਦਿੱਤੇ ਹੈ। ਨਿਹਚਲ ਦਿੱਤੀਆਂ ਜਾਏ। ਇੱਕ ਹੁੰਦਾ ਚੱਲ ਤੇ ਅਚਲ, ਜਿਹੜਾ ਬਣਦਾ ਹੈ ਤੇ ਢਹਿ ਜਾਂਦਾ ਹੈ। ਇੱਕ ਮਹਾਰਾਜ ਕਹਿੰਦੇ ਨਿਹਚਲ ਹੁੰਦਾ ਹੈ, ਉਹਨਾਂ ਨੂੰ ਨਿਹਚਲ ਕਰ ਦਿੱਤਾ ਉਹਨਾਂ ਦੀ ਆਤਮਾ ਨੂੰ। ਜਿਹਨੂੰ ਆਪਾਂ ਕਹਿੰਦੇ ਆ ਕਿ ਵਾਹਿਗੁਰੂ ਪ੍ਰਮਾਤਮਾ ਜੀ ਫਲਾਨਾ ਜੀਵ ਚੜ੍ਹਾਈ ਕਰ ਗਿਆ, ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦਿਓ, ਭਾਵ ਇਹਨਾਂ ਨੂੰ ਆਪਣੇ ਚਰਨਾਂ 'ਚ ਟਿਕਾ ਲਿਓ, ਇਹਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲਿਓ, ਇਹਨੂੰ ਦੁਬਾਰਾ ਜਨਮ ਨਾ ਦਿਓ। ਮਹਾਰਾਜ ਕਹਿੰਦੇ ਉਹਨਾਂ ਨੂੰ ਨਿਹਚਲ ਪਦਵੀ ਪ੍ਰਾਪਤ ਹੋ ਗਈ, ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਆ। ਉਹਨਾਂ ਦਾ ਅੱਜ ਤੋਂ ਬਾਅਦ ਕੋਈ ਜਨਮ ਮਰਨ ਨਹੀਂ ਰਿਹਾ, ਉਹਨਾਂ ਨੂੰ ਸਰੀਰ ਧਾਰਨ ਨਹੀਂ ਕਰਨਾ ਪਵੇਗਾ। ਵਾਹਿਗੁਰੂ ਜੀ ਨੇ ਉਹਨਾਂ ਨੂੰ ਨਿਹਚਲ ਪਦਵੀ ਆਪਣੇ ਚਰਨਾਂ 'ਚ ਹੀ ਰੱਖ ਲਿਆ ਹੈ। ਸੰਸਾਰ ਸਾਗਰ ਤੇ ਰਖਿਅਨ ਬਹੁੜ ਨਾ ਜਨਮੈ ਧਾਏ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਹਿੰਦੇ ਉਹਨਾਂ ਨੂੰ ਸੰਸਾਰ ਸਾਗਰ ਤੇ ਰੱਖਿਅਨ, ਉਹਨਾਂ ਨੂੰ ਦੁਨਿਆਵੀ ਪਦਾਰਥਾਂ ਦੇ ਮੋਹ ਤੋਂ ਛਡਾ ਕੇ, ਜਨਮਾਂ ਦੇ ਗੇੜ ਤੋਂ ਮੁਕਾ ਕੇ। ਕਿਉਂਕਿ ਸਾਧ ਸੰਗਤ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਨਾ, ਇਸ ਇੱਕ ਜਨਮ 'ਚ ਨਹੀਂ ਪੂਰੀਆਂ ਹੁੰਦੀਆਂ। ਅਸੀਂ ਜਦੋਂ ਆਪਣੇ ਘਰੋਂ ਤੁਰਦੇ ਹਾਂ ਬੇਅੰਤ ਇੱਛਾਵਾਂ ਲੈ ਕੇ ਮਹਾਰਾਜ ਦੇ ਦਰਬਾਰ ਤੇ ਆਉਂਦੇ ਹਾਂ। ਸਾਡੇ ਜੀਵਨ, ਸਾਡੇ ਸਵਾਸ ਖਤਮ ਹੋ ਜਾਂਦੇ ਆ, ਪਰ ਇਹ ਜਿਹੜੀਆਂ ਸਾਡੀਆਂ ਇੱਛਾਵਾਂ ਨੇ ਇਹ ਇੱਕ ਜਨਮ 'ਚ ਨਹੀਂ ਪੂਰੀਆਂ ਹੁੰਦੀਆਂ। ਇਹਨਾਂ ਇੱਛਾਵਾਂ ਕਰਕੇ ਸਾਨੂੰ ਬਾਰ-ਬਾਰ ਸਰੀਰ ਧਾਰਨ ਕਰਨੇ ਪੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਸੰਸਾਰ ਸਾਗਰ ਤੇ ਰੱਖਿਅਨ, ਇਹ ਸੰਸਾਰੀ ਇੱਛਾਵਾਂ ਤੋਂ ਬਚਾ ਲਿਆ, ਬਹੁੜ ਨਾ ਜਨਮੇ ਆਏ। ਤੇ ਜਿਨ੍ਹਾਂ ਨੂੰ ਮਹਾਰਾਜ ਨੇ ਇਹਨਾਂ ਇੱਛਾਵਾਂ ਤੋਂ ਮੁਕਤ ਕਰ ਦਿੱਤਾ ਹੈ, ਸਾਧ ਸੰਗਤ ਉਹਨਾਂ ਨੂੰ ਦੁਬਾਰਾ ਜਨਮ ਨਹੀਂ ਧਾਰਨ ਕਰਨਾ ਪਵੇਗਾ ਜੀ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹਵਾ ਏਕ ਅਨੇਕ ਗੁਣ, ਉਹ ਵਾਹਿਗੁਰੂ ਪ੍ਰਮਾਤਮਾ ਦੀ ਬੇਅੰਤ ਵਡਾਈ ਹੈ, ਜਿਹਨੂੰ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਉਸ ਵਾਹਿਗੁਰੂ ਪ੍ਰਮਾਤਮਾ ਦੀ ਵਡਿਆਈ ਨੂੰ ਕੋਈ ਕਹਿ ਨਹੀਂ ਸਕਦਾ। ਜਦੋਂ ਸਾਧ ਸੰਗਤ ਹੱਦਾਂ ਮੁੱਕ ਜਾਣਨਾ, ਜਿਹਦੀ ਉਸਤਤ ਕਰੀ ਨਾ ਜਾਵੇ, ਉਹਨੂੰ ਆਪਾਂ ਇੱਕੋ ਹੀ ਸ਼ਬਦ ਦੇ ਵਿੱਚ ਸੰਬੋਧਨ ਕਰਦੇ ਹਾਂ, ਕਹਿ ਦਿੰਦੇ ਹਾਂ ਤੂੰ ਹੈ ਪ੍ਰਮਾਤਮਾ ਬੇਅੰਤ ਹੈ, ਸਾਨੂੰ ਤੇਰਾ ਹੱਦ ਨਹੀਂ ਤੇਰੀ ਲੱਭੀ ਅੱਜ ਤੱਕ, ਸਾਨੂੰ ਤੇਰਾ ਉਰਲਾ ਪਰਲਾ ਬੰਨਾ ਨਹੀਂ ਲੱਭਿਆ ਅੱਜ ਤੱਕ, ਸਾਨੂੰ ਤੇਰਾ ਪਾਰਾਵਾਰ ਨਹੀਂ ਆਇਆ। ਸੱਚੇ ਪਾਤਸ਼ਾਹ ਤੂੰ ਬੇਅੰਤ ਹੈ। ਮਹਾਰਾਜ ਕਹਿੰਦੇ ਜਿਹਵਾ ਏਕ ਅਨੇਕ ਗੁਣ, ਤੇਰੇ ਗੁਣ ਵਾਹਿਗੁਰੂ ਪ੍ਰਮਾਤਮਾ ਬੇਅੰਤ ਨੇ, ਅਨੇਕ ਨੇ, ਤੇ ਜ਼ੁਬਾਨ ਇੱਕ ਹੈ, ਕਿੰਨੇ ਕੁ ਗੁਣ ਕਹਿ ਸਕਦੀ ਹੈ। ਤੇ ਜਿਨ੍ਹਾਂ ਨੇ ਸਾਧ ਸੰਗਤ ਇਹਨਾਂ ਗੁਣਾਂ ਨੂੰ ਕਿਹਾ, ਮਹਾਰਾਜ ਕਹਿੰਦੇ ਤਰੇ ਨਾਨਕ ਚਰਣੀ ਪਾਏ, ਉਹ ਤਰ ਗਏ ਨੇ ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਕਿਹਾ ਵਾਹਿਗੁਰੂ ਇਸ ਜ਼ੁਬਾਨ ਰਾਹੀਂ, ਤੇ ਉਹ ਤੇਰੀ ਸ਼ਰਨ 'ਚ ਆ ਗਏ ਨੇ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਮਹਾਰਾਜ ਜੀ ਕਹਿੰਦੇ ਜਿਹੜੀ ਵਾਹਿਗੁਰੂ ਪ੍ਰਮਾਤਮਾ ਦੀ ਬੇਅੰਤ ਵਡਾਈ ਇੱਕ ਤਿਲ ਮਾਤਰ ਵੀ ਨਹੀਂ ਅਸੀਂ ਕਹਿ ਸਕਦੇ। ਕਿੰਨੀ ਕੁ ਅਸੀਂ ਵਡਿਆਈ ਕਰ ਲਾਂਗੇ। ਇੱਕ ਮਹੀਨਾ ਲਾ ਲਿਆ ਸਾਧ ਸੰਗਤ ਆਪਾਂ, ਹੋਰ ਵੀ ਅੱਗੇ ਲਾਉਣੇ ਆ, ਪਰ ਦੇਖ ਲਓ ਉਸ ਵਾਹਿਗੁਰੂ ਪ੍ਰਮਾਤਮਾ ਦਾ ਅੰਤ ਤਾਂ ਨਹੀਂ ਪਾ ਸਕੇ ਆਪਾਂ। ਉਸ ਵਾਹਿਗੁਰੂ ਪ੍ਰਮਾਤਮਾ ਨੂੰ ਬੇਅੰਤ ਨੂੰ ਆਪਾਂ ਕਹਿ ਤਾਂ ਨਹੀਂ ਸਕੇ। ਆਪਾਂ ਕਿੰਨੇ ਕੁ ਗਹਿਰੇ ਗਏ ਆ, ਹਜੇ ਗਹਿਰਾਈ ਉਹਦੀ ਬਹੁਤ ਹੈ ਸਮੁੰਦਰ ਦੀ, ਇਹ ਬਾਣੀ ਦੀ ਗਹਿਰਾਈ ਬਹੁਤ ਹੈ, ਆਪਾਂ ਬਹੁਤ ਗਹਿਰੇ ਨਹੀਂ ਉਤਰੇ ਹਜੇ। ਉਹਦੀਆਂ ਬੇਅੰਤ ਵਡਿਆਈਆਂ ਨੇ। ਮਹਾਰਾਜ ਕਹਿੰਦੇ ਅਸੀਂ ਤਾਂ ਹਜੇ ਇੱਕ ਤਿਲ ਮਾਤਰ ਵੀ ਉਹਦੀ ਵਡਿਆਈ ਨੂੰ ਨਹੀਂ ਕਿਹਾ। ਫਲ ਗੁਣ ਨਿਤ ਸਲਾਹੀਐ। ਮਹਾਰਾਜ ਕਹਿੰਦੇ ਫੱਗਣ ਦਾ ਮਹੀਨਾ ਉਹਨਾਂ ਵਾਸਤੇ ਚੰਗਾ ਹੈ ਜਿਹੜੇ ਵਾਹਿਗੁਰੂ ਪ੍ਰਮਾਤਮਾ ਨੂੰ ਰਹਿੰਦੀ ਜ਼ਿੰਦਗੀ ਤੱਕ ਸਹਿਲਾਉਂਦੇ ਰਹਿਣ, ਉਹਦੀ ਉਸਤਤ ਵਡਿਆਈ ਕਰਦੇ ਰਹਿਣ। ਤਾਂ ਸਾਧ ਸੰਗਤ ਫਿਰ ਦੁਨੀਆ ਤੇ ਆਇਆ ਸਾਡਾ ਲੋਕ ਸੁਹੇਲਾ, ਪਰਲੋਕ ਸੁਹੇਲਾ ਹੋ ਸਕਦਾ ਹੈ। ਆਓ ਬੇਅੰਤ ਵਡਿਆਈਆਂ ਮਹਾਰਾਜ ਜੀ ਦੀਆਂ ਇਹ ਜ਼ੁਬਾਨ ਕਹਿ ਨਹੀਂ ਸਕਦੀ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਪੂਰਾ ਇੱਕ ਮਹੀਨਾ ਸਾਨੂੰ ਸੰਗਤ ਬਖਸ਼ਿਸ਼ ਕੀਤੀ ਹੈ। ਅਰਦਾਸ ਕਰੀਏ ਮਹਾਰਾਜ ਸਾਹਿਬ ਜੀ
ਅੱਗੇ ਵਾਸਤੇ ਵੀ ਇਦਾਂ ਹੀ ਸਾਡੇ ਉੱਤੇ ਕਿਰਪਾ ਕਰਦੇ ਰਹੋ, ਸਾਨੂੰ ਆਪਣੇ ਪਾਵਨ ਚਰਨਾਂ 'ਚ ਬਿਠਾਉਂਦੇ ਰਹੋ, ਸਾਡੇ ਉੱਤੇ ਤਰਸ ਕਰਦੇ ਰਹੋ ਸਾਧ ਸੰਗਤ। ਇਹੀ ਅਰਦਾਸ ਕਰੋ ਸੱਚੇ ਪਾਤਸ਼ਾਹ ਨੂੰ। ਹੁਣ ਇਸੇ ਹੀ ਸਮਾਗਮ ਦੀ ਸੰਪੂਰਨ ਸਮਾਪਤੀ ਹੈ, ਸੋ ਜਿਤਨੀਆਂ ਵੀ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਮਹਾਰਾਜ ਕਿਰਪਾ ਕਰਨ, ਉਹਨਾਂ ਸਭ ਦੀ ਸੇਵਾ ਥਾਂ ਪਾਉਣ, ਸਭ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਬੋਲਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ